अनुसूचित जाति ਦੇ ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਦੀ ਨਵ ਨਿਯੁਕਤੀ ਹੋਣ ਤੇ ਵਿਜੇ ਸਾਪਲਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ, ਜਿੱਥੇ ਉਹਨਾਂ ਦੇ ਨਾਲ ਬੀਜੇਪੀ ਦੇ ਸਾਂਸਦ ਸ਼ਵੇਤ ਮਲਿਕ, ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਤੇ ਹੋਰ ਬੀਜੇਪੀ ਨੇਤਾ ਵੀ ਮੌਜੂਦ ਰਹੇ। ਇਸ ਮੌਕੇ ਜਿੱਥੇ ਉਹਨਾਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ, ਉੱਥੇ ਹੀ ਇਲਾਹੀ ਬਾਣੀ ਦਾ ਸਰਵਣ ਵੀ ਕੀਤਾ ਗਿਆ ਅਤੇ ਪਾਰਟੀ ਹਾਈ ਕਮਾਂਡ ਵੱਲੋਂ ਚੇਅਰਮੈਨ ਦੀ ਨਿਯੁਕਤੀ ਹੋਣ ਤੇ ਉਹਨਾਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਮੈਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ। ਅਨੁਸੂਚਿਤ ਜਾਤੀ ਦੇ ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਵਜੋਂ ਮੈਨੂੰ ਨਵੀਂ ਨਿਯੁਕਤੀ ਹੋਈ ਹੈ ਔਰ ਨਿਯੁਕਤੀ ਤੋਂ ਬਾਅਦ ਮੈਂ ਆਪਣਾ ਸਾਰਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਜਗ੍ਹਾ ਤੇ ਸ਼ੀਸ਼ ਝੁਕਾ ਕੇ ਨਿਮਨ ਕਰਕੇ ਆਸ਼ੀਰਵਾਦ ਲੈ ਕੇ ਅੱਗੇ ਵਧਣਾ ਚਾਹੁੰਦਾ, ਤਾਂ ਕਿ ਜਿਹੜਾ ਕੰਮ ਮੈਨੂੰ ਮੇਰੇ ਤੇ ਵਿਸ਼ਵਾਸ ਕਰਕੇ ਦਿੱਤਾ ਗਿਆ ਉਸ ਨੂੰ ਮੈਂ ਚੰਗੀ ਤਰ੍ਹਾਂ ਨਿਭਾ ਵੀ ਸਕਾਂ। ਔਰ ਜਿਹੜਾ ਮੈਨੂੰ ਕੰਮ ਦਿੱਤਾ ਹੈ ਕਿ ਉਹ ਅਨੁਸੂਚਿਤ ਜਾਤੀ ਦੇ ਉੱਤੇ ਹੋ ਰਹੇ ਅਤਿਆਚਾਰ ਨਿਵਾਰਨ ਦਾ, ਉਹਨਾਂ ਨੂੰ ਨਿਆਂ ਦਿਵਾਉਣ ਦਾ ਕੰਮ ਜਿਹੜਾ ਆ ਉਹ ਸਾਡੀ ਜ਼ਿੰਮੇਵਾਰੀ ਹੋਏਗੀ। ਔਰ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਲਈ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਆਏ ਕਿ ਸਾਨੂੰ ਆਸ਼ੀਰਵਾਦ ਇਸ ਬਲ ਬਖਸ਼ੇ ਕਿ ਅਸੀਂ ਉਸ ਜਿਹੜੀ ਜ਼ਿੰਮੇਵਾਰੀ ਨੂੰ ਸਹੀ ਨਿਭਾ ਸਕੀਏ। ਦੇਸ਼ ਦੇ ਵਿੱਚ ਜਿਹੜੀਆਂ ਅਨੁਸੂਚਿਤ ਜਾਤੀਆਂ ਤੇ ਦੂਜੀਆਂ ਜਾਤੀਆਂ, ਇਹਨਾਂ ਦੇ ਵਿੱਚ ਖਾਸ ਕਰ ਲੇਡੀਜ਼ ਨੂੰ ਲੈ ਕੇ ਬੜੀਆਂ ਪ੍ਰੋਬਲਮਸ ਆ, ਉਹਨਾਂ ਦਾ ਸ਼ੋਸ਼ਣ ਹੋ ਰਿਹਾ ਸਰੀਰਕ ਤੌਰ ਤੇ। ਨਿਸੰਦੇਹ ਕਿ ਬਈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਸ਼ੋਸ਼ਣ ਹੋ ਰਹੇ ਆ, ਔਰ ਜੇ ਹੋ ਰਿਹਾ ਤਾਂ ਹੀ ਸਾਡੀ ਨਿਯੁਕਤੀ ਕੀਤੀ ਗਈ ਹੈ। ਸੋ ਬਹੁਤ ਸਾਰੇ ਕੇਸ ਇਸ ਵੇਲੇ ਦੇਸ਼ ਦੇ ਵਿੱਚ ਲਗਭਗ 67,000 ਕੇਸ ਜਿਹੜੇ ਆ ਸਾਡੇ ਉੱਥੇ ਕਮਿਸ਼ਨ 'ਚ ਪੈਂਡਿੰਗ ਹੈ, ਕਿਉਂਕਿ ਇਹ 7-8 ਮਹੀਨੇ ਦਾ ਗੈਪ ਰਿਹਾ, ਜਿਹਦੇ ਕਰਕੇ ਸ਼ਾਇਦ ਉਹ ਕੰਮ ਨੂੰ ਨਹੀਂ ਦੇਖ ਪਾਇਆ ਹੋਗਾ। ਸੋ ਉਹਨੂੰ ਸਾਰਿਆਂ ਨੂੰ ਦੇਖਣਾ ਵੀ ਸਾਡੀ ਜ਼ਿੰਮੇਵਾਰੀ ਹੋਊਗੀ। ਔਰ ਕਿਤੇ ਵੀ ਐਸਾ ਜਿਹੜਾ ਜਿਹਦੇ ਨਾਲ ਵੀ ਅਤਿਆਚਾਰ, ਸ਼ੋਸ਼ਣ, ਧੱਕੇਸ਼ਾਹੀ ਹੋਏਗੀ, ਅਨਿਆਏ ਹੋਏਗਾ, ਉਹਨੂੰ ਨਿਆਂ ਦਿਵਾਉਣਾ ਸਾਡਾ ਕੰਮ ਹੋਏਗਾ। ਇਹ ਲਈ ਕਰਾਂਗੇ। ਕੁਝ ਸਿਆਸਤਦਾਨਾਂ ਦਾ ਨਾਮ ਵੀ ਬੋਲਦਾ ਨਾ ਲੇਡੀਜ਼ ਦੇ ਨਾਲ ਸ਼ੋਸ਼ਣ ਦੇ ਮਾਮਲੇ। ਦੇਖੋ, ਕੋਈ ਹੋਵੇ, ਜਦੋਂ ਕਿਸੇ ਤੇ ਅਤਿਆਚਾਰ, ਜਿਹੜੀ ਮੇਰੀ ਜ਼ਿੰਮੇਵਾਰੀ ਹੈ ਉਹ ਕਿਸੇ ਵੀ ਮਤ, ਪੰਥ, ਧਰਮ ਤੋਂ ਉੱਪਰ ਉੱਠ ਕੇ ਕਿਸੇ ਵੀ ਜਿਹੜਾ ਆ ਅਸੀਂ ਕਹਿ ਸਕਦੇ ਰਾਜਨੀਤਿਕ ਦਲ ਤੋਂ ਉੱਪਰ ਉੱਠ ਕੇ ਸਰਕਾਰ ਚਾਹੇ ਕਿਸੇ ਦੀ ਵੀ ਹੋਵੇ, ਕਿਸੇ ਪਾਰਟੀ ਦੀ ਵੀ ਹੋਵੇ, ਉਹਨਾਂ ਨੂੰ ਨਿਆਂ ਦਿਵਾਉਣਾ ਮੇਰਾ ਕੰਮ ਹੋਏਗਾ। ਔਰ ਇਹਦੇ ਲਈ ਰਾਜਨੀਤੀ ਕੌਣ ਉਹਦੇ ਪਿੱਛੇ ਹੈ ਉਹਦੀ ਕਿਤੇ ਪਰਵਾਹ ਨਹੀਂ ਹੋਏਗੀ, ਔਰ ਕਿਹੜੀ ਕੌਣ ਕੀ ਕਰ ਰਿਹਾ ਉਹਦੀ ਪਰਵਾਹ ਨਾ ਕਰਕੇ ਜਿਹਨੇ ਵੀ ਅਨਿਆਏ ਕੀਤਾ ਉਹਨੂੰ ਸਜ਼ਾ ਵੀ ਦਿਵਾਵਾਂਗੇ। ਔਰ ਜਿਹੜਾ ਅਨੁਸੂਚਿਤ ਜਾਤੀ ਨਾਲ ਹੋ ਰਿਹਾ ਵਿਤਕਰੇ ਦਾ ਉਹਦਾ ਨਿਆਂ ਉਹਨੂੰ ਦਿਵਾਉਣਾ ਸਾਡਾ ਕੰਮ ਹੋਏਗਾ। ਸਾਂਪਲਾ ਸਾਹਿਬ ਪਿਛਲੇ 3 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਹੋਏ ਨੇ, ਉਹਨਾਂ ਨੂੰ ਕੋਈ ਨਿਆਂ ਨਹੀਂ ਮਿਲ ਰਿਹਾ। ਤੁਹਾਨੂੰ ਦਰਬਾਰ ਸਾਹਿਬ ਦੇ ਵਿੱਚ ਵੀ ਦੇਖਣਾ ਪਿਆ ਕਿ ਦੇਖੋ, ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮੇਰੀ ਜ਼ਿੰਮੇਵਾਰੀ ਅਨੁਸੂਚਿਤ ਜਾਤੀ ਤੇ ਹੋ ਰਹੇ ਅਨਿਆਂ ਦੀ ਸੰਵਿਧਾਨਿਕ ਪੋਸਟ ਹੈ। ਸੋ ਮੈਂ ਉਸ ਦੇ ਉੱਤੇ ਹੀ ਆਪਣਾ ਟਾਰਗੇਟ, ਉਹਨੂੰ ਹੀ ਆਪਣਾ ਜਿਹੜਾ ਸਾਹਮਣੇ ਜਿਹੜਾ ਟਾਰਗੇਟ ਮੰਨ ਕੇ ਚੱਲਾਂਗਾ। ਸੋ ਮੈਂ ਇੱਧਰ ਉੱਧਰ ਜਾਂ ਰਾਜਨੀਤਿਕ ਕਿਤੇ ਵੀ ਉਸ ਪੱਖੋਂ ਆਪਣਾ ਕੋਈ ਵੀ ਦਖਲਅੰਦਾਜ਼ੀ ਮੇਰੀ ਬਣਦੀ ਵੀ ਨਹੀਂ। ਕੇਂਦਰ ਸਰਕਾਰ ਨੂੰ ਕੋਈ ਸੁਝਾਅ ਤੇ ਦਿਓਗੇ ਕਿ ਕੇਂਦਰ ਸਰਕਾਰ ਨੂੰ ਸੁਝਾਅ, ਜੇ ਕੋਈ ਅਤਿਆਚਾਰ ਹੁੰਦਾ ਹੋਏਗਾ ਉਹਦੇ ਤੇ ਐਸੀਆਂ ਦੇ ਨਿਵਾਰਨ ਦੇ ਲਈ, ਉਹਨਾਂ ਦੇ ਲਈ ਕੋਈ ਵਧੀਆ ਯੋਜਨਾ ਬਣਾਉਣ ਦੇ ਲਈ ਕੋਈ ਸਮਾਜਿਕ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਜਾਂ ਜਿਹੜੀਆਂ ਗੌਰਮੈਂਟ ਦੀਆਂ NGOs ਵਗੈਰਾ, ਜਾਂ ਅਸੀਂ ਕਹਿ ਸਕਦੇ ਹਾਂ ਉਹਨਾਂ ਦੀਆਂ ਯੂਨੀਅਨਸ ਵਗੈਰਾ ਜਿਹੜੀਆਂ ਹੋਣਗੀਆਂ, ਉਹ ਐਸੇ ਕੁਝ ਵੀ ਸੁਝਾਅ ਦੇਣਗੀਆਂ। ਉਹਨਾਂ ਦੇ ਜਿਹੜੇ ਚੰਗੇ ਸੁਝਾਅ ਹੋਣਗੇ ਉਹ ਸਰਕਾਰ ਨੂੰ ਅਨੁਸੂਚਿਤ ਜਾਤੀ ਦੇ ਵਿਕਾਸ ਲਈ ਦਿਆਂਗੇ। ਮੇਰਾ ਅਨੁਸੂਚਿਤ ਜਾਤੀ ਮੇਰਾ ਕਿਸਾਨ ਤੋਂ ਮੈਂ ਪਹਿਲਾਂ ਕਿਹਾ ਕਿ ਮੇਰਾ ਦਾਇਰਾ ਜਿਹੜਾ ਉਹ ਅਨੁਸੂਚਿਤ ਜਾਤੀ। ਸਾਹਮਣਾ ਸਾਹਿਬ ਆਏ ਦਿਨ ਮਹਿੰਗਾਈ ਜਿਹੜੀ ਵੱਧਦੀ ਜਾ ਰਹੀ ਹੈ, ਮੇਰਾ ਦਾਇਰਾ ਜਿਹੜਾ ਆ ਉਹ ਇੰਨਾ ਜਿਸ ਦਾਇਰੇ 'ਚ ਹੈ। ਮੈਂ ਦਿੱਲੀ ਅੰਦੋਲਨ ਦੇ ਵਿੱਚ ਆਇਆਂਗਾ, ਸਿੱਧਾ ਆਇਆਂਗਾ 24 ਨਵੰਬਰ ਤੋਂ ਲੈ ਕੇ ਉਸ ਤੋਂ ਪਹਿਲਾਂ ਜੋ ਦਿੱਲੀ ਅੰਦੋਲਨ ਪੰਜਾਬ ਦੇ ਵਿੱਚ ਚੱਲ ਰਿਹਾ ਸੀ, ਇੱਥੇ ਮੈਂ ਹੈਗਾਗਾ। ਔਰ ਮੈਂ ਆਸਟ੍ਰੇਲੀਆ ਤੋਂ ਸਪੈਸ਼ਲ ਤੌਰ ਤੇ ਜਿਹੜੀ ਗੱਲ ਤੁਹਾਨੂੰ ਦੱਸਣ ਲੱਗਿਆ, ਮੈਂ ਆਸਟ੍ਰੇਲੀਆ PR ਹਾਂ। ਔਰ ਇੱਥੇ ਆ ਕੇ ਮੈਂ ਜਦੋਂ ਤੋਂ ਕਿਸਾਨੀ ਅੰਦੋਲਨ ਚੱਲਿਆਗਾ ਉਦੋਂ ਤੋਂ ਇਹਦੇ ਵਿੱਚ ਹਿੱਸਾ ਲੈ ਰਿਹਾਗਾ, ਪਿਛਲੇ 6 ਜਾਂ 7 ਮਹੀਨਿਆਂ ਤੋਂ। ਤਾਂ ਅਸੀਂ ਉਸ ਵਿਜੇ ਸਾਂਪਲਾ ਸਾਹਿਬ ਇੱਥੇ ਆਏ ਤਾਂ ਉਹਨਾਂ ਨੂੰ ਚਲੋ ਇੱਕ ਬਹੁਤ ਵਧੀਆ ਹੁੰਦਾਗਾ ਕਿ ਬੈਕਡੋਰ ਐਂਟਰੀ, ਇੱਕ VIP ਐਂਟਰੀ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹਨਾਂ ਨੂੰ। ਤਾਂ ਚਲੋ ਰੋਕ ਕੇ ਪਿਆਰ ਦੇ ਨਾਲ, ਹਲੀਮੀ ਦੇ ਨਾਲ ਮੈਂ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਕਿ ਤੁਸੀਂ ਸਿਰਫ ਜੋ ਕਿਸਾਨ ਅੰਦੋਲਨ ਚੱਲ ਰਿਹਾਗਾ ਉਹਦੇ ਉੱਤੇ ਆਪਣੀ ਪ੍ਰਤੀਕਿਰਿਆ ਦਿਓ। ਤਾਂ ਉਹਨਾਂ ਵੱਲੋਂ ਉਹਨਾਂ ਦੇ ਮੈਂ ਤਾਂ ਹੁਣ ਇਸ ਸਮੇਂ ਦੇ ਉੱਤੇ ਤਾਂ ਗੁੰਡੇ ਹੀ ਕਹੂੰਗਾ, ਜਿਸ ਤਰੀਕੇ ਦੇ ਨਾਲ ਮੈਨੂੰ ਉਹਨਾਂ ਨੇ ਘੜੀਸਣ ਦੀ ਕੋਸ਼ਿਸ਼ ਕੀਤੀ ਆ, ਉੱਥੋਂ ਖਿੱਚਣ ਦੀ ਕੋਸ਼ਿਸ਼ ਕੀਤੀ ਆ। ਔਰ ਗੁੰਡੇ ਵੀ ਦੁੱਖ ਲੱਗਦਾ ਕਿ ਸਾਡੇ ਪੱਗਾਂ ਦੇ ਵਿੱਚ ਸਰਦਾਰ ਲੋਕ ਸੀਗੇ, ਕਹਿੰਦੇ ਕਿ ਬਾਹਰ ਜਾ ਕੇ ਗੱਲ ਕਰਾਂਗੇ। ਮੈਂ ਸੋਚਿਆ, ਮੈਂ ਪੁੱਛਿਆ ਕਿ ਇੱਕੋ ਹੀ ਤਾਂ ਸਵਾਲ ਪੁੱਛਿਆ ਹੈਗਾ, ਗੱਲ ਕੀ ਕਰਨੀ ਹੈ, ਗੱਲ ਵੀ ਨਾਰਮਲ ਕੀਤੀ ਹੈਗੀ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ 250 ਤੋਂ ਵੱਧ ਕਿਸਾਨ ਬਾਰਡਰਾਂ ਦੇ ਉੱਤੇ ਮਰ ਗਿਆ।
ਔਰ ਤੁਸੀਂ ਲੋਕ ਲੰਮੀਆਂ ਤਾਣ ਕੇ ਪਏ ਹੋ। ਹਜੇ ਤੱਕ ਤੁਹਾਡਾ ਕੋਈ ਪ੍ਰਤੀਕਿਰਿਆ ਤੁਸੀਂ ਕਿਸੇ ਗਵਰਨਮੈਂਟ ਵੱਲੋਂ ਤੁਹਾਡੇ ਵੱਲੋਂ 1 ਮਹੀਨਾ ਹੋ ਗਿਆ। ਅਸੀਂ ਲੋਕ ਠੰਡ ਦੇ ਵਿੱਚੋਂ ਹੁਣ ਸਰਦੀ ਤੋਂ ਲੈ ਕੇ ਹੁਣ ਗਰਮੀ ਆ ਗਈ ਆ, ਲੋਕਾਂ ਨੇ ਉੱਥੇ ਪੱਖੇ ਲੈ ਕੇ ਜਾਣੇ ਸ਼ੁਰੂ ਕਰਤੇ ਹੈ। ਅਸੀਂ ਆਪ ਖੁਦ ਇੱਕ ਸਰਾਂ ਬਣਾਈ ਹੈ, ਉੱਥੇ ਬਾਬਾ ਬੰਦਾ ਸਿੰਘ ਬਹਾਦਰ ਸਰਾਂ ਬਣੀ ਹੈ 38 ਨੰਬਰ ਪੋਲ ਦੇ ਉੱਤੇ। ਤਾਂ ਗੱਲ ਕੁਝ ਵੀ ਨਹੀਂ ਸੀ, ਇਹਨਾਂ ਨੇ ਹੱਲੜਬਾਜੀ ਕੀਤੀ, ਆਪ ਕੀਤੀ, ਕਰਨ ਦੀ ਕੋਸ਼ਿਸ਼ ਆਪ ਕੀਤੀ ਔਰ ਦਿਖਾਉਣ ਦੀ ਕੋਸ਼ਿਸ਼ ਇਹ ਕੀਤੀ ਕਿ ਅਸੀਂ ਕਰ ਰਹੇ ਹਾਂ। ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਭਾਈ ਸਾਹਿਬ, ਮੈਂ ਜਰ ਇੱਕੋ ਹੀ ਗੱਲ ਪੁੱਛੀ ਹੈ ਕਿ ਤੁਸੀਂ ਲੋਕ ਆਪਦਾ ਉਹਦੇ ਉੱਤੇ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਉਹਦੇ ਉੱਤੇ ਤੁਹਾਡਾ ਕੀ ਵਿਚਾਰ ਹੈਗਾ, ਕੀ ਤੁਸੀਂ ਕਹਿਣਾ ਚਾਹੁੰਦੇ ਹੋ। ਤਾਂ ਇੰਨੀ ਗੱਲ ਦਾ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਉਹ ਕਹਿੰਦੇ ਕਿ ਮੇਰੀ ਜਿਹੜੀ ਪੋਸਟ ਹੈ ਉਹ ਸੰਵਿਧਾਨਿਕ ਪੋਸਟ ਹੈ। ਤਾਂ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਨੈਤਿਕ ਤੌਰ ਦੇ ਉੱਤੇ ਤੁਸੀਂ ਨੈਤਿਕਤਾ ਦੇ ਉੱਤੇ ਕੋਈ ਨਾ ਕੋਈ ਤਾਂ ਇਹਦਾ ਆਨਸਰ ਦੇ ਕੇ ਜਾਓ। ਤਾਂ ਉਹਨਾਂ ਕੋਲੇ ਕੋਈ ਆਨਸਰ ਨਹੀਂ ਸੀ, ਕਿਉਂਕਿ ਉਹਨਾਂ ਦੇ ਪ੍ਰਧਾਨ ਮੰਤਰੀ ਕੋਲ ਆਨਸਰ ਨਹੀਂ, ਉਹਨਾਂ ਦੇ ਪ੍ਰਧਾਨਾਂ ਕੋਲ ਆਨਸਰ ਨਹੀਂ। ਤਾਂ ਇਹਨਾਂ ਨੂੰ ਜਦੋਂ ਕਿ ਬੈਕਡੋਰ ਦੇ ਉੱਤੋਂ ਪੈਰਾਸ਼ੂਟ ਲੀਡਰ ਜਿਹੜੇ ਤਾਰੇ ਗਏ ਹੈਗੇ, ਉਹਨਾਂ ਲੋਕਾਂ ਕੋਲੇ ਕੀ ਆਨਸਰ ਹੋਣਾ ਇਹਨਾਂ ਗੱਲਾਂ ਦਾ। ਸਰਕਾਰ ਹੋਣੀ ਚਾਹੀਦੀ ਹੈ ਜੀ, ਕਿਹੋ ਜਿਹੀ ਸਰਕਾਰ, ਇਸ ਤਰ੍ਹਾਂ ਦੀ ਸਰਕਾਰ ਰਹਿਣੀ ਚਾਹੀਦੀ ਹੈ। ਕਿਉਂ ਰਹਿਣੀ ਚਾਹੀਦੀ ਹੈ ਜੀ? ਇਹ ਸਰਕਾਰ ਹੀ ਨਹੀਂ ਹੈ ਪਹਿਲੀ ਗੱਲ ਤਾਂ। ਯੂ ਨੋ ਦਿਸ ਇਜ਼ ਅ ਡੈਮੋਕ੍ਰੈਟਿਕ ਕੰਟਰੀ। ਇਹ ਡੈਮੋਕ੍ਰੈਟਿਕ ਕੰਟਰੀ ਹੈਗੀ, ਤਾਨਾਸ਼ਾਹੀ ਦੇਸ਼ ਨਹੀਂ ਹੈਗਾ ਇਹ। ਇੱਥੇ ਡਿਕਟੇਟਰਸ਼ਿਪ ਨਹੀਂ ਚੱਲ ਸਕਦੀ ਗੀ। ਤਾਂ ਇੱਥੇ ਜਦੋਂ ਤੁਹਾਨੂੰ ਪਤਾ, ਜਦੋਂ ਇੱਥੇ ਨੋਟਬੰਦੀ ਕੀਤੀ ਗਈ ਸੀ ਤਾਂ ਸਾਰੇ ਦੇ ਸਾਰੇ ਜਿੰਨੇ MP ਸੀਗੇ ਉਹਨਾਂ ਨੂੰ ਲੋਕ ਦੇ ਅੰਦਰ ਬੰਦ ਕਰਕੇ, ਜਿੰਦੇ ਦੇ ਅੰਦਰ ਬੰਦ ਕਰਕੇ, ਸਿਰਫ 2 ਬੰਦਿਆਂ ਨੇ ਇੱਥੇ ਜਿਹੜੀ ਡਿਮੋਨੇਟਾਈਜੇਸ਼ਨ ਕੀਤੀ ਸੀਗੀ, ਜਿਹੜੀ ਨੋਟਬੰਦੀ ਕੀਤੀ ਸੀ, ਜਿਹਨੇ ਸਾਰਾ ਇਹ ਦੇਸ਼ ਖਾ ਲਿਆ। ਜਦੋਂ GST ਲਿਆਂਦੀ ਗਈ ਆ, ਆਪਣੇ ਹੀ ਜਿੰਨੇ ਮੰਤਰੀ, ਜਿੰਨੇ MPs ਹੈਗੇ ਉਹਨਾਂ ਨੂੰ ਅੰਦਰ ਕਰਕੇ, ਉਹਨਾਂ ਨੂੰ ਜਿੰਦੇ ਦੇ ਵਿੱਚ ਬੰਦ ਕਰਕੇ, ਜਿੱਥੇ ਕਲਮ ਦੇ ਉੱਤੇ ਔਰ ਇਸ ਤੁਹਾਡੀ ਜਿਹੜਾ ਇਹ ਮਾਈਕ ਆ ਇਹਦੇ ਉੱਤੇ ਬੰਦੂਕ ਦਾ ਪਹਿਰਾ ਲਾ ਕੇ ਰੱਖਿਆ ਗਿਆ ਗਾ। ਤਾਂ ਹੀ ਲੋਕ ਤੁਹਾਨੂੰ ਕਹਿੰਦੇ ਆ ਕਿ ਗੋਦੀ ਮੀਡੀਆ ਆ ਗਿਆ। ਅਸੀਂ ਨਹੀਂ ਕਹਿੰਦੇਗੇ, ਅਸੀਂ ਬਿਲਕੁਲ ਇਸ ਗੱਲ ਦੇ ਨਾਲ ਸਹਿਮਤ ਹਾਂਗੇ ਕਿ ਜਿੱਥੇ ਲੱਖਾਂ ਲੋਕ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠੇ ਹੈਗੇ, ਉਹਨਾਂ ਨੂੰ ਡਰਾ ਲੈਂਦੇ ਆ ਇਹ ਲੋਕ ਉੱਤਰ ਕੇ ਫੋਰਸਾਂ ਲਾ ਕੇ। ਤਾਂ ਤੁਹਾਡੇ ਕੋਲੇ ਤਾਂ 100 150 ਬੰਦੇ ਦਾ ਜਿਹੜਾ ਸਟਾਫ ਹੁੰਦਾਗਾ, ਤੇ ਤੁਹਾਨੂੰ ਤਾਂ ਇਹ ਡਰਾ ਹੀ ਸਕਦੇ ਆ। ਤਾਂ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ, ਇਸ ਦੇਸ਼ ਦੇ ਵਿੱਚ ਜਿਹੜੀ ਡੈਮੋਕ੍ਰੇਸੀ ਆ, ਲੋਕਤੰਤਰ ਆ, ਉਹ ਬਿਲਕੁਲ ਖਤਮ ਹੋ ਚੁੱਕਿਆ ਗਾ। ਤਾਂ ਇਹਨੂੰ ਤੁਸੀਂ ਸਰਕਾਰ ਨਹੀਂ ਕਹਿ ਸਕਦੇ। ਇਹ ਤਾਨਾਸ਼ਾਹੀ ਨਹੀਂ ਰਹਿਣੀ ਚਾਹੀਦੀ। ਇਹ ਮੇਰਾ ਆਨਸਰ ਹੈ ਜੀ। ਖਬਰ ਦਿਨ ਪਰ ਤੋਂ ਸਨੀ ਅਟਵਾਲ ਦੀ ਰਿਪੋਰਟ।